हेलो दोस्तों, ਵੈਲਕਮ ਟੂ ਅਭਿਆਸ। ਅੱਜ ਆਪਾਂ ਹੁਣ ਜੋ ਗੱਲ ਕਰ ਰਹੇ ਹਾਂ ਨੈਕਸਟ ਟੌਪਿਕ ਫੰਕਸ਼ਨ ਤੇ ਗੱਲ ਕਰ ਰਹੇ ਹਾਂ। ਲਾਸਟ ਲੈਕਚਰ ਦੇ ਵਿੱਚ ਆਪਾਂ ਰਿਲੇਸ਼ਨ ਉਹਦੀਆਂ ਟਾਈਪਸ ਬਾਰੇ ਬੜੀ ਡਿਟੇਲਸ ਗੱਲ ਕੀਤੀ ਸੀ। ਹੁਣ ਆਪਾਂ ਜਿਹੜੀ ਗੱਲ ਕਰਾਂਗੇ ਫੰਕਸ਼ਨਸ ਤੇ ਗੱਲ ਕਰਾਂਗੇ। ਫੰਕਸ਼ਨ ਤੋਂ ਪਹਿਲਾਂ ਮੈਂ ਬੈਕ ਤੁਹਾਨੂੰ 9th 10th ਕਲਾਸ ਪੋਲੀਨੋਮੀਅਲ ਸੇ ਲੈ ਕੇ ਚੱਲਦਾ ਇਹਨੂੰ ਸਮਝਾਉਣ ਤੋਂ ਪਹਿਲਾਂ ਮੈਂ ਪੋਲੀਨੋਮੀਅਲ ਦੀ ਇੱਕ ਐਗਜ਼ਾਮਪਲ ਲੈ ਰਿਹਾ। ਸਪੋਜ਼ ਆਪਾਂ ਲੈ ਲਿਆ x² ਮਾਈਨਸ 4x ਪਲੱਸ 3। ठीक, कुछ के वैल्यूज रिप्लेस कर दें। आप 0 रिप्लेस किया इन्हें सॉल्व करांगे 3 आ जाना है। 1 रिप्लेस किया सॉल्व करांगे 0 आ जाना है। 2 रिप्लेस किया -1 आ जाना है। 3 ਦੇ ਵੈਲਿਊ 0 ਅਪ ਟੂ 100। ਇੱਥੇ ਬੜੇ ਕੁਐਸਚਨ ਅਰਾਈਜ਼ ਹੁੰਦੇ ਨੇ। ਹੁਣ ਇੰਨਾ ਕ ਆਪਾਂ 9th ਕਲਾਸ 10th ਕਲਾਸ ਕਰ ਚੁੱਕੇ ਹੈ ਨਾ। ਹੁਣ ਕੁਐਸਚਨ ਕੀ ਅਰਾਈਜ਼ ਹੁੰਦਾ ਹੈ, ਇੱਥੇ ਆਪਾਂ x ਦੀ ਵੈਲਿਊ ਲੈ ਰਹੇ ਹਾਂ। x ਦੀ ਵੈਲਿਊ ਸਹੀ ਹੈ, तो आई थिंक आप कोई मर्जी वैल्यू लीए, आइदर स्मॉलेस्ट एवर और लार्जेस्ट एवर, लाख करोड़ फ्रैक्शन -1/2000 वट एवर इज देयर, ये सॉल्व होगा इन्हें कोई ना कोई वैल्यू देनी है ना। एम आई राइट? तो ਇਹਦਾ मतलब पहली गल होगी एवरी वैल्यू ऑफ एक्स। पहला पार्ट ये हो गया कि हर एक एक्स लिए डिफाइंड है, तो डिफाइंड वाला वैल्यू दे रहे हैं। ठीक, नाउ हुन 9th क्लास ਤੁਸੀਂ ਇਹਨੂੰ ਸੋਲਵ ਕੀਤਾ, 0 ਦੇ ਵੀ ਵੈਲਿਊ 3 ਆ ਰਹੀ ਹੈ, ਹੁਣ ਵੀ 0 ਤੇ 3 ਆ ਰਹੀ ਹੈ ਇਸੇ ਪੋਲੀਨੋਮੀਅਲ ਦੀ। ਆਉਣ ਵਾਲੇ 10 ਸਾਲਾਂ ਬਾਅਦ ਵੀ ਸੇਮ ਰਹਿਣੀ ਹੈ। ਮਤਲਬ ਜਦੋਂ ਮਰਜ਼ੀ ਇਹਨੂੰ ਸੋਲਵ ਕਰੀਏ ਇਸ ਪੋਲੀਨੋਮੀਅਲ ਨੇ 0 ਤੇ ਵੈਲਿਊ 3 ਦੇਣੀ ਹੈ, 1 ਤੇ 0 ਦੇਣੀ ਹੈ, 2 ਤੇ -1 ਦੇਣੀ ਹੈ, ਅਗਰ ਕੈਲਕੂਲੇਸ਼ਨ ਆਪਣੀ ਸਹੀ ਹੈ। तो every value of x has a unique value in px according to this। मैं फिलहाल इसके अकॉर्डिंग लिख रहा सारा यही है। a function है, this is the definition of function। what is function now? if f from x to y, p ਦੀ ਜਗ੍ਹਾ हम f कर रहे हैं, is defined or is a function if every value of x has a unique value in y, that is called function। okay, ਹੁਣ ਕੁਝ ਕੁ ਡਾਇਗਰਾਮਸ ਬਣਾਉਂਦੇ ਆ, ਰਫਲੀ ਜਿਹੇ ਡਾਇਗਰਾਮ ਸਮਝਾਉਣ ਦੇ ਲਈ ਪ੍ਰੋਪਰ ਵੈਲਿਊ ਦੀ ਜਗ੍ਹਾ ਤੇ। ਸਪੋਜ਼ ਇੱਥੇ x ਦੀ ਵੈਲਿਊ, ਇੱਥੇ y ਦੀ ਇੱਕ ਵੈਲਿਊ। सेकंड, थर्ड, फोर्थ। मैं कुछ डायग्राम्स बनाई है इत्थे तुहाडे जो सामने पईयां डायग्राम्स। हुण इत्थे आपां देखदे हां, इहदा कंसैप्ट समझाना पहला है कि ਇਹਦਾ मतलब आह x ਦੀਆਂ कुछ वैल्यूज ने। ठीक है, तो x ਦੀ ਆ ਵੈਲਿਊ ਤੇ y ਆ ਦੇ ਰਿਹਾ, x ਦੀ ਆ ਵੈਲਿਊ ਤੇ y ਆ ਦੇ ਰਿਹਾ। ਇਹਦਾ ਮਤਲਬ ਇਹ ਹੈ ਉਹ ਅਲੱਗ-ਅਲੱਗ ਵੈਲਿਊ ਨਾਲੋਂ ਆਪਾਂ ਨੂੰ ਸ਼ਾਰਟ ਵੇਜ ਕਰ ਰਿਹਾ। ਹੁਣ ਇੱਥੇ ਦੇਖੋ, ਆ ਫਰਸਟ ਡਾਇਗਰਾਮ ਹੈ ਕਿ ਇਹ ਫੰਕਸ਼ਨ ਹੈ ਕਿ ਇਹ ਐਕਚੁਅਲੀ ਡਿਫਾਈਨਡ ਹੈ। ਦੇਖੋ x ਦੀ ਇੱਕ ਵੈਲਿਊ y ਦੇ ਤੇ ਡਨ ਹੈ, ਇੱਥੇ ਇੱਕ ਆ ਗਿਆ, ਇੱਥੇ ਇੱਕ ਆ ਗਿਆ, ਆ ਖਾਲੀ ਬਚ ਗਈ, ਬਚ ਜਾਣ ਦੋ, ਆਪਾਂ ਨੂੰ ਕੀ ਦਿੱਕਤ ਹੈ। ਆਪਣੀ ਗੱਲ ਕੀ ਹੈ, ਐਵਰੀ ਵੈਲਿਊ ਆਫ x। ਦੇਖੋ ਵੈਰੀ ਫਰਸਟ ਲਾਈਨ ਹੈ, x ਦੀ ਹਰ ਇੱਕ ਵੈਲਿਊ ਕੋਈ ਨਾ ਕੋਈ ਵੈਲਿਊ ਦੇ ਰਹੀ ਹੈ, ਇੱਕ ਯੂਨੀਕ ਵੈਲਿਊ ਦੇ ਰਹੀ ਹੈ, ਇਹਦਾ मतलब ਇਹ ਫੰਕਸ਼ਨ ਹੈ। ਠੀਕ, ਇੱਧਰ ਦੇਖੋ ਐਵਰੀ ਵੈਲਿਊ ਕਲੀਅਰ ਹੋ ਗਈ। ਪਹਿਲੀ ਗੱਲ, x ਵਾਲੀ ਸਾਈਡ ਤੇ ਕੋਈ ਵੀ ਖਾਲੀ ਨਹੀਂ ਹੈਗਾ, ਇੱਥੇ ਖਾਲੀ ਹੈ, ਇਹਦਾ मतलब ਇਹ ਫੰਕਸ਼ਨ ਨਹੀਂ, ਕਿਉਂਕਿ ਇਹ ਖਾਲੀ ਆ ਗਈ ਵੈਲਿਊ। ਐਵਰੀ ਵੈਲਿਊ ਵਰਡ ਚੱਲ ਰਿਹਾ ਆਪਣਾ, ਪਹਿਲੀ ਲਾਈਨ। ਹੁਣ ਉਹਨਾਂ ਨੇ ਕਿਹਾ ਐਵਰੀ ਵੈਲਿਊ ਇਜ਼ ਯੂਨੀਕ ਵੈਲਿਊ। ਇੱਥੇ ਜਿਹੜਾ ਆ ਐਲੀਮੈਂਟ ਹੈ, ਆ ਵੈਲਿਊ ਦੋ ਵੈਲਿਊਜ਼ ਦੇ ਰਹੀਆਂ, ਇਹ ਪੋਸੀਬਲ ਨਹੀਂ ਹੈਗਾ। x ਦੀ ਇੱਕ ਵੈਲਿਊ ਤੇ ਪੋਲੀਨੋਮੀਅਲ ਦੇ ਦੋ ਵੈਲਿਊਜ਼ ਪੋਸੀਬਲ ਨਹੀਂ ਹੈਗੀਆਂ, ਇਹਦਾ मतलब ਦਿਸ ਇਜ਼ ਆਲਸੋ ਨਾਟ ਫੰਕਸ਼ਨ। ਠੀਕ, ਇੱਧਰ ਆਓ, ਐਵਰੀ ਵੈਲਿਊ ਕਹਤੀ, ਅਗੇਨ ਦਿਸ ਇਜ਼ ਨਾਟ ਫੰਕਸ਼ਨ। ਨਾਓ ਦਿਸ, ਹੁਣ ਕੀ ਇਹ ਫੰਕਸ਼ਨ ਹੈਗੇ? ਯੈਸ, ਇਹ ਫੰਕਸ਼ਨ ਹੈ। x ਦੀ ਇੱਕ ਵੈਲਿਊ ਤੇ ਯੂਨੀਕ ਵੈਲਿਊ ਹੈ। ਦੇਖੋ ਸਪੋਜ਼ 1 2 3 ਲੈ ਲਿਆ ਮੈंने, ਉਹਦੇ 1 ਸੀ। अगर ਤੁਸੀਂ ਪਿਛਲਾ ਪੋਲੀਨੋਮੀਅਲ ਚੈੱਕ ਕੀਤਾ ਹੋਊਗਾ, x ਦੀ ਵੈਲਿਊ 1 3 ਤੇ ਪੋਲੀਨੋਮੀਅਲ ਦੀ ਵੈਲਿਊ 0 ਆ ਰਹੀ ਸੀ, ਦੋ ਨੇ ਸੇਮ, ਕੋਈ ਗੱਲ ਨਹੀਂ, ਦੇ ਦਿਓ। ਆਪਣਾ ਕੁਐਸਚਨ ਇਹ ਹੈ every value of y have unique value, ਇੱਕ ਨੇ ਇੱਕ ਦੇਣੀ ਹੈ, ਤਿੰਨ ਇੱਕ ਦੇ ਲਈ ਕੋਈ ਪ੍ਰੋਬਲਮ ਨਹੀਂ। ਇਧਰੋਂ y ਖਾਲੀ ਰਹਿਣ ਦੋ,
तो ये भी की है अपने को फंक्शन है, क्योंकि जी आ कंडीशन है ना, ये लाइक आप कहते जीरोज ऑफ पॉलीनोमियल, अगर क्वाड्रेटिक है तो दो जीरोज होनिया, इतने तीन ने एक जीरो एक वैल्यू दे रही है, तो समथिंग लाइक दैट एक क्यूबिक बन रही है, तो ये चीज होनी है। तो ये अपना जो ऑब्जेक्टिव या डायग्रामिकल फंड है, दिस इज अ फंडा ऑफ फंक्शन। हुण आपां जिहड़ी गल करनी है इस तो बाद आपां फंक्शन की टाइप से गल करनी है कि फंक्शन दियां किहड़ियां टाइप्स ने अपने को जो सिलेबस दे विच ने टाइप्स। वेरी फर्स्ट इज 1-1, बिल्कुल सिंपल फंडा नेम 1-1, जिस तो आप दूसरी लैंग्वेज लैटिन च आप इंजेक्टिव भी बोलते हैं। व्हाट इज दैट? देखो 1-1 का मतलब वन वैल्यू ऑफ x कॉरस्पॉन्ड टू वन वैल्यू ऑफ y। सीधा है, देखो नेम दस रहा है वन विद वन, वन वैल्यू ऑफ x कॉरस्पॉन्ड टू वन वैल्यू ऑफ y। इधर वन विद वन है, आ वन वन है, वो तो है ही नहीं, इतने वन नहीं है, सही हो गया। सेकंड मैनी वन, हुण इहदा मतलब मैनी वैल्यूज ऑफ x कॉरस्पॉन्ड टू वन वैल्यू ऑफ y। आ गया मैनी वैल्यूज ऑफ x कॉरस्पॉन्ड टू वन वैल्यू ऑफ y, ये हो गया मैनी वन फंक्शन। एंड द थर्ड एंड द मोस्ट इंपॉर्टेंट पार्ट ऑन टू सरजेक्टिव। ਇਹਦੀ स्पैशलिटी ਇਹ उल्टा ਚੱਲਦਾ है। एक फंक्शन की होर स्पैशलिटी है, एक ही कहता है every value of y has pre-image in x। on to ये कह रहे हैं every value of y मतलब की है, देखो ਇਹਦੀ मैं थोड़ा डायग्राम क्लियर करता हूं थोड़ा प्रॉपर। एक्स वाई तीन डायग्राम्स ने, एक्स की हरेक वैल्यू डिफाइंड है, डन हो गया, ठीक है। के ऑन टू है एवरी वैल्यू, वाई वाले पासे कुछ भी ब्लैंक नहीं है, तो अकॉर्डिंग टू एक्स करा, देखो आ दोनों जो चलती है ये एक्स वाली साइड तो चलती ने टाइप्स, आ साइड चलती है वाई वाली साइड तो। उधरों गल करा 1-1-1-1, ਇਹਦਾ मतलब ये 1-1 है, इधरली साइड तो गल करा ये ऑन टू है, तो ਇਹਦਾ मतलब है 1-1 ऑन टू फंक्शन है, दोनों टाइप्स। देखो आह दोनों का सिस्टम की चलता है फ्रॉम एक्स, ਇਹਦਾ सिस्टम चलता है फ्रॉम वाई। इधरों मैनी वैल्यू तो एक्स की साइड तो है मैनी वन हो गया, इधरों एवरी वैल्यू हो गई ਇਹਦੀ, तो ਇਹਦਾ मतलब ये हो गया मैनी वन ऑन टू। अकॉर्डिंग टू एक्स ये हो गया 1-1, खाली आ गया ऑन टू नहीं आ गया, तो दिस इज ओनली 1-1 फंक्शन। आई थिंक इट इज क्लियर टू यू, तो काफी गल्लां क्लियर हो गई होनी कि कॉन्सैप्ट की चलना है। तो ये बेसिक कॉन्सैप्ट है 1-1 का ते ऑन टू का। मैं होर क्लियर करता थोड़ा सा ऑन टू नूं, डायग्रामिकल मैं क्लियर करता, कोशिश करता मैं तुहानूं होर क्लियर करता। देखो एफ फ्रॉम रियल टू रियल एफ एक्स इज मॉड एक्स, एफ फ्रॉम नेचुरल टू नेचुरल एफ एक्स इज मॉड एक्स। मैंने की किया सिर्फ इनू चेंज करता, एक शॉर्ट फॉर्म इसको डोमेन ऑफ फंक्शन बोलते हैं, यह है कोडोमेन ऑफ फंक्शन। फिलहाल अगे आप क्लियर करते हैं, देखो आ होगी ना जो डोमेन, आ होगी कोडोमेन, आ सारी कोडोमेन है, ते जेड़ियां वैल्यूज आ रही हैं वो होंगी रेंज। कोडोमेन सारा सेट हो गया, जेड़ियां वाई दी पर्टिकुलर वैल्यूज आ रही वो रेंज है, तो वी कैन से रेंज इज अ सबसेट ऑफ कोडोमेन ऑफ एफ। एक सिंपल भाषा च अगर मैं गल करा, आ देखो समझाना मैं, एक्स रियल नंबर वाई रियल, आप कुछ एग्जांपल्स लिख रहे हैं -3 2 0 1 2 3, क्योंकि एग्जांपल दे नाल थोड़ा सा क्लियर ज्यादा हो जाएगा, ठीक। इधर नेचुरल टू नेचुरल है, फंक्शन चाहे सेम है, मैंने डोमेन ते कोडोमेन चेंज करती है ना। अगर x -3 है तो एदी वैल्यू 3 आऊगी, 3 ते भी 3, -2 ते 2 आनी है, 2 ते भी 2 आना है ना।
ਕਿਉਂਕਿ ਆਪਾਂ ਨੂੰ ਪਤਾ ਹੈ ਇੱਥੋਂ ਜਿਹੜੀ ਵੈਲਿਊ ਬਾਹਰ ਨਿਕਲੂਗੀ ਉਹ ਪੋਜ਼ਿਟਿਵ ਵੈਲਿਊ ਬਾਹਰ ਨਿਕਲਣੀ ਹੈ, ਲੇਕਿਨ ਕੋਡੋਮੇਨ ਦੇ ਵਿੱਚ ਨੈਗੇਟਿਵ ਵੈਲਿਊਜ਼ ਵੀ ਪਈਆਂ, ਪੋਜ਼ਿਟਿਵ ਪਈ ਹੈ ਤੇ ਜ਼ੀਰੋ ਪਈ ਹੈ। ਬਟ ਫੰਕਸ਼ਨ ਕੀ ਕਹਿ ਰਿਹਾ ਹੈ, ਅਕੋਰਡਿੰਗ ਟੂ ਫੰਕਸ਼ਨ जो fx है ਉਹਨੇ ਹਮੇਸ਼ਾ ਕਿਹੜੀ ਵੈਲਿਊ ਦੇਣੀ ਹੈ, ਪੋਜ਼ਿਟਿਵ ਵੈਲਿਊ ਦੇਣੀ ਹੈ। ਤਾਂ ਜਿਹੜੀ fx ਦੀ ਵੈਲਿਊ ਆਊਗੀ ਉਹ ਰੇਂਜ ਹੁੰਦੀ ਹੈ, ਰੇਂਜ ਆਫ ਫੰਕਸ਼ਨ ਹੁੰਦੀ ਹੈ। ਤਾਂ ਅਕੋਰਡਿੰਗ ਟੂ ਦਿਸ ਰਜੇ ਆ ਰੇਂਜ ਹੋਗੀ, ਠੀਕ, ਆ ਸਾਰੀ ਹੋਗੀ ਕੋਡੋਮੇਨ। ਇਹਦਾ ਮਤਲਬ ਇਹਦੀ ਕੋਈ ਇਮੇਜ ਨਹੀਂ ਆਣੀ, ਇਹਦਾ ਮਤਲਬ ਔਨ ਟੂ ਨਹੀਂ ਹੈਗਾ, ਇਹ ਔਨ ਟੂ ਹੈ ਨਹੀਂ, ਠੀਕ ਹੋ ਗਿਆ। ਤੇ ਦੋ ਇੱਕ ਵੈਲਿਊ ਦੇ ਰਿਹਾ ਹੈ, ਇਹ ਮੈਨੀ 1 ਹੋ ਗਿਆ। ਤਾਂ ਇਹ ਕੇਸ ਆ ਬਣ ਗਿਆ, ਸੌਰੀ ਮੈਨੀ 1 ਦਾ ਔਨ ਟੂ ਨਹੀਂ ਹੈਗਾ, ਤਾਂ ਇਹ ਕੇਸ ਕੱਲਾ ਮੈਨੀ 1 ਦਾ ਬਣ ਗਿਆ। ਹੁਣ ਮੈਂ ਇੱਧਰ ਦੇਖਦਾ, ਨੈਚੁਰਲ 1 ਨੇ 1 ਦੇਣੀ ਹੈ, 2 ਨੇ 2, 3 ਨੇ 3, 5 ਨੇ 5, 6 ਨੇ 6, 7 ਨੇ 7 ਦੇਣੀ ਹੈ। ਤਾਂ ਇਹਦਾ ਮਤਲਬ ਇਹ 1 1 ਵੀ ਹੈਗਾ, ਇਹ ਔਨ ਟੂ ਵੀ ਹੈਗਾ, ਕਿਉਂਕਿ ਇਹਦੇ ਵਿੱਚ ਕੋਈ ਨੈਗੇਟਿਵ ਵੈਲਿਊ ਨਹੀਂ ਹੈਗੀ। ਤਾਂ ਇਹਦਾ ਬੇਸਿਕ ਕਨਸੈਪਟ ਇਹ ਹੈ ਰਾਜੇ, ਇਹ ਹੁੰਦਾ 1 1 ਔਨ ਟੂ ਐਂਡ ਮੈਨੀ 1। ਨਾਓ ਆਫਟਰ ਦਿਸ, ਹੁਣ ਤੱਕ ਜੋ ਆਪਾਂ ਦੇਖੋ ਕਰ ਚੁੱਕੇ, ਆਪਾਂ 1 1 ਦੀ ਗੱਲ ਕਰ ਲਈ, ਆਪਾਂ ਮੈਨੀ 1 ਦੀ ਗੱਲ ਵੀ ਕਰ ਲਈ, ਆਪਾਂ ਔਨ ਟੂ ਦੀ ਗੱਲ ਵੀ ਕਰ ਲਈ, ਦੋਨੋਂ ਮਿਕਸ ਵੀ ਕਰਤੇ। ਇੱਕ ਚੀਜ਼ ਕਲੀਅਰ ਕਰ ਰਿਹਾ ਮੈਂ ਦੁਬਾਰਾ, 1 1 ਤੇ ਮੈਨੀ 1 x to y ਚੱਲਦੇ ਆ ਜਿਹਨੂੰ ਆਪਾਂ ਦੇਖਦੇ ਹਾਂ, ਤੇ ਔਨ ਟੂ ਚੱਲਦਾ ਹੈ y to x ਦੀ ਤਰਫ, ਆਪਾਂ ਇਹਨੂੰ ਦੇਖਾਂਗੇ, ਠੀਕ। ਨਾਓ ਅ ਫੰਕਸ਼ਨ ਇਜ਼ 1 1 एंड ऑन टू, अगर ये दोनों इकट्ठे है तो दैट फंक्शन इज कॉल्ड बाइजेक्टिव फंक्शन। बाइजेक्टिव, तो क्वेश्चन आ गया बाइजेक्टिव फंक्शन केड़ा, इफ देयर इज 1 1 एंड ऑन टू, ते अगर वो बाइजेक्टिव है तो ओदा इनवर्स एग्जिस्ट करूगा, क्योंकि if f from x to y is bijective function, then f इनवर्स फ्रॉम y to x exist। टोटली उल्टा हो जू, डोमेन कोडोमेन बन जू, कोडोमेन की बन जू डोमेन, एक्स वाई और दोनों डायग्राम्स चेंज हो जाएंगे, उल्टियां हो जाएंगी, तो वो डिफाइन होगा। तो दिस इज द केस ऑफ बाइजेक्टिव। तो एग्जाम्स देखो, छोटे से क्वेश्चन से मैं एग्जांपल ले रहे हैं, बिल्कुल एक स्मॉल फंक्शन है, fx is 2x plus 3, if it is bijective, क्योंकि अपन ने ऑब्जेक्टिव क्वेश्चन आने हैं, तो फाइंड इट्स इनवर्स। तो की करना है, सपोज दिस इज y, इथों x की वैल्यू फाइंड कर लो, तो आ गया, ठीक है। तो x आ गया y माइनस 3/2, या क्योंकि एक्चुअली जो अपना वेरिएबल है इन फॉर्म ऑफ x है, तो आंसर भी इन फॉर्म्स ऑफ x से मिलेगा, तो y की जगह x कर दो, तो जेड़ा ਉਹਦਾ इनवर्स आऊगा यह आऊगा। एक दूसरी टाइप होर भी है, कंपोजिशन दी है, जो दा नेक्स्ट पार्ट है रजे, f of f इनवर्स इक्वल टू x, ਇੱਥੇ ਆਪਾਂ ਰਿਪਲੇਸ ਕਰਕੇ ਉਹਦੀ ਵੈਲਿਊ ਫਾਈਂਡ ਕਰ ਲਾਂਗੇ। ਤਾਂ ਕੰਪਲੀਟਲੀ ਔਨ ਯੂ, ਤੁਸੀਂ ਜਿਵੇਂ ਵੀ ਕਰ ਸਕਦੇ ਹੋ, ਬਟ ਦਿਸ ਇਜ਼ ਕੁਆਇਟ ਬੈਟਰ। ਹੁਣ ਆਪਾਂ ਚੱਲਦੇ ਹਾਂ ਜਿਹੜੀ ਇਹਦੀ ਨੈਕਸਟ ਟਾਈਪ ਤੇ। ਜਿਹੜੀ ਇਹਦੀ ਨੈਕਸਟ ਟਾਈਪ ਹੈ ਉਹ ਹੈ ਕੰਪੋਜੀਸ਼ਨ ਆਫ ਫੰਕਸ਼ਨ। ਕੰਪੋਜੀਸ਼ਨ ਹੈ ਕੀ, व्हाट इज द मीनिंग ऑफ कंपोजिशन ऑफ फंक्शंस? देखो की कॉन्सेप्ट है, if f from a to b, g from b to c is defined, then a b, ਇੱਥੇ ਨਾ ਜੀ f डिफाइंड है, अगर आ x है तो ਇੱਥੇ fx आना है, फंक्शन आना है। लेकिन जो g है वो b तो c डिफाइंड है, b तो देखो f of this is fx, this is g of fx, क्योंकि हम उधर fx आ रहे हैं, g of fx शॉर्ट फॉर्म च ਆਪਾਂ ਇਹਨੂੰ ਬੋਲਦੇ ਹਾਂ gauf, ठीक। ਹੁਣ ਇੱਕ ਇੰਪੋਰਟੈਂਟ ਚੀਜ਼ ਕੀ ਆ ਗਈ, fx ਆ ਗਈ रेंज ऑफ f, रेंज ऑफ f, पर b आ गई डोमेन ऑफ g, fx ਦੀ ਰੇਂਜ ਹੈ ਉਹਦੀ ਹੈ। ਤਾਂ ਫॉर्म ਕਦੋਂ ਡਿਫਾਈਨਡ ਹੈ, रेंज ऑफ f is a subset of domain of g, range of f is a subset of domain of g, then fog is defined। ये बड़ा एक ऑब्जेक्टिव क्वेश्चन है, बड़ा इंपॉर्टेंट है। नो डाउट एग्जाम च आपको सिंपल क्वेश्चन आने ऑलरेडी डिफाइंड होंगे, समथिंग लाइक दैट, कि अगर एफ एक्स साइन एक्स है, फॉर एग्जांपल जी एक्स एक्स स्क्वायर है,
तो गॉफ या फॉग कुछ भी कह सकते हैं। हुन देखो ए हो गया g ऑफ fx, in place of x we have x, now what is fx is sin x, g of sin x, तो in place of x अपने को लिखी आ गया sin x आ गया, तो आंसर की आ जाएगा sin स्क्वायर। ਉੱਥੇ ਆਪਾਂ ਨੂੰ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੋਊਗਾ ਕਿ ਨਹੀਂ ਹੋਊਗਾ, ਇਹ ਆਲਰੇਡੀ ਆਬਜੈਕਟਿਵ ਹੈ। ਸਪੋਜ਼ ਉਸੇ ਦਾ ਹੀ ਇਹਨੇ fog कहता, तो fog हो गया f of gx, now what is gx, f of x square। अगर इथे x है साइन ऑफ एंगल है, हुन इथे x स्क्वायर है, तो दिस इज साइन ऑफ x स्क्वायर। तो इस वे दे नाल ਆਪਾਂ ਇਹਦੇ ਕੰਪੋਜੀਸ਼ਨ ਦੇ ਆਬਜੈਕਟਿਵ ਕੁਐਸਚਨਸ ਨੂੰ ਡੀਲ ਕਰ ਸਕਦੇ ਹਾਂ। ਹੋਰ ਐਗਜ਼ਾਮਪਲਸ ਲੈ ਲੈਂਦੇ ਹਾਂ। ਸਪੋਜ਼ ਵੀ ਹੈਵ fx is log x, simple question, and gx is suppose cos x। तो what is fog? This is defined now, f of gx, gx is f of cos, now f of x is log x, तो f of cos x की हो गया log of cos x। सपोज गॉफ कहता, now g of fx, what is fx, log x, now g of x is cos x, तो g of log x is cos of log x। तो दोस्तों ਇਹ ਸੀ ਆਪਣਾ ਅਗਲਾ ਜੋ ਛੋਟਾ ਜਿਹਾ ਫੇਸ ਹੈ ਇੱਕ ਕੰਪੋਜੀਸ਼ਨ ਦਾ। ਹੁਣ ਨੈਕਸਟ ਜੋ ਆਪਾਂ ਗੱਲ ਕਰਾਂਗੇ, ਇਸ ਤੋਂ ਬਾਅਦ ਆਪਾਂ ਗੱਲ ਕਰਨੀ ਹੈ ਬਾਈਨਰੀ ਦੀ। तो ਨੈਕਸਟ ਜੋ ਆਪਾਂ ਹੁਣ ਗੱਲ ਕਰਾਂਗੇ ਬਾਈਨਰੀ ਕੀ ਹੈ, ਪ੍ਰੋਪਰਟੀਜ਼ ਕੀ ਨੇ, ਉਹਨੂੰ ਕਿਵੇਂ ਸੋਲਵ ਕਰਨਾ ਹੈ, ਟੈਕਲ ਕਰਨਾ ਹੈ। ਇਨ ਨੈਕਸਟ ਲੈਕਚਰ ਆਪਾਂ ਉਸ ਤੋਂ ਡਿਸਕਸ ਕਰਾਂਗੇ। ਥੈਂਕ ਯੂ।